ਅਸੀਂ ਯਿਸੂ ਦੇ, ਅਸੀਂ ਹਾਂ ਗਵਾਹ ਯਿਸੂ ਦੇ। ਸਾਰਿਆਂ ਨੂੰ ਜੈ ਮਸੀਹ ਦੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਗਵਾਹ ਯਿਸੂ ਦੇ ਵਿੱਚ। ਜਿਸ ਤਰ੍ਹਾਂ ਬਾਈਬਲ ਦੇ ਵਿੱਚ ਲਿਖਿਆ ਪਰਮੇਸ਼ਰ ਦਾ ਵਚਨ ਕਹਿੰਦਾ ਆ ਕਿ ਉਹ ਐਸੇ ਆਰਾਧਕਾਂ ਨੂੰ ਲੱਭਦਾ ਆ ਜਿਹੜੇ ਰੂਹ ਔਰ ਸੱਚਾਈ ਦੇ ਨਾਲ ਉਹਦੀ ਆਰਾਧਨਾ ਕਰਦੇ ਆ। ਅੱਜ ਅਸੀਂ ਤੁਹਾਨੂੰ ਐਸੇ ਇੱਕ ਆਰਾਧਕ ਨਾਲ ਮਿਲਾਵਾਂਗੇ, ਐਸੇ ਪਰਮੇਸ਼ਰ ਦੇ ਦਾਸ ਨਾਲ ਮਿਲਾਵਾਂਗੇ ਜਿਨ੍ਹਾਂ ਦੇ ਗਾਣੇ ਸੁਣ ਕੇ ਲੋਕ ਪਵਿੱਤਰ ਆਤਮਾ ਦਾ ਫੀਲ ਮਹਿਸੂਸ ਕਰਦੇ ਆ। ਅਸੀਂ ਮਿਲਾਂਗੇ ਬ੍ਰਦਰ ਮਤੀ ਤੇਜੀ ਜੀ ਦੇ ਨਾਲ। ਜੈ ਮਸੀਹ ਬ੍ਰਦਰ ਜੀ। ਜੈ ਮਸੀਹ ਬ੍ਰਦਰ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਗਵਾਹ ਯਿਸੂ ਦੇ ਵਿੱਚ। ਥੈਂਕ ਯੂ, ਗੋਡ ਬlesਸ ਯੂ। ਬ੍ਰਦਰ ਜੀ, ਸਭ ਤੋਂ ਪਹਿਲੇ ਤਾਂ ਤੁਸੀਂ ਆਪਣਾ ਇੰਟਰੋਡਕਸ਼ਨ ਦਿਓ। ਤੁਸੀਂ ਦਰਸ਼ਕਾਂ ਨੂੰ ਇਹ ਦੱਸੋ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਔਰ ਕਿਸ ਤਰ੍ਹਾਂ ਸੇਵਕਾਈ ਕਰ ਰਹੇ ਹੋ। ਸਭ ਨੂੰ ਜੈ ਮਸੀਹ ਦੀ, ਖੁਦਾਵੰਦ ਯਿਸੂ ਮਸੀਹ ਦੇ ਨਾਮ ਨੂੰ ਜਲਾਲ ਮਿਲੇ। ਅਸੀਂ ਤੁਹਾਡੀ ਸਭ ਦੀ ਸਲਾਮਤੀ ਨੂੰ ਚਾਹੁੰਦੇ ਹਾਂ। ਮੇਰਾ ਨਾਮ ਬ੍ਰਦਰ ਮਤੀ ਤੇਜੀ ਹੈ, ਤੁਸੀਂ ਸਭ ਜਾਣਦੇ ਹੋ। ਔਰ ਖੁਦਾਵੰਦ ਯਿਸੂ ਮਸੀਹ ਦੇ ਫਜ਼ਲ ਦੇ ਨਾਲ ਅਸੀਂ ਪ੍ਰਭੂ ਦੀ ਸੇਵਕਾਈ ਕਰ ਰਹੇ ਹਾਂ। ਮੈਂ ਸ਼ਹਿਰ ਮੋਗੇ ਦਾ ਰਹਿਣ ਵਾਲਾ ਵਾਂ। ਸਾਡਾ ਸ਼ਹਿਰ ਮੋਗਾ ਹੈ ਔਰ ਨਾਲ ਕੋਟ ਈਸੇ ਖਾਂ, ਜਿਸ ਵਿੱਚ ਅਸੀਂ ਹੁਣ ਪਰਮੇਸ਼ਵਰ ਦੀ ਸੇਵਕਾਈ ਕਰ ਰਹੇ ਹਾਂ। ਔਰ ਅਸੀਂ ਸ਼ੁਰੂ ਤੋਂ ਹੀ ਪਰਮੇਸ਼ਵਰ ਦੀ ਆਰਾਧਨਾ ਕਰ ਰਹੇ ਹਾਂ। ਮੈਂ ਬੌਰਨ ਕ੍ਰਿਸਚਨ ਹਾਂ ਔਰ ਮੇਰੇ ਉਸਤਾਦ ਪਾਸਟਰ ਕਸ਼ਮੀਰ ਅਲੀ ਸ਼ੇਖ ਦੁਆਰਾ ਪ੍ਰਭੂ ਨੇ ਸਾਨੂੰ ਮਸਾ ਕੀਤਾ ਹੈ। ਪਰਮੇਸ਼ਵਰ ਨੇ ਸਾਨੂੰ ਇਸ ਸੇਵਕਾਈ ਵਿੱਚ ਲੈ ਕੇ ਆਇਆ। ਉਹਨਾਂ ਦੀ ਦੁਆਵਾਂ ਆਸ਼ੀਰਵਾਦ ਸਦਕਾ ਖੁਦਾ ਨੇ ਸਾਨੂੰ ਬਲੈਸ ਕੀਤਾ ਹੈ। ਔਰ ਹੁਣ ਅਸੀਂ ਮੁਬਾਰਕ ਮਿਊਜ਼ੀਕਲ ਅਕੈਡਮੀ, ਜੋ ਕਿ ਪੰਜਾਬ 'ਚ ਕਈ ਹਿੱਸਿਆਂ ਦੇ ਵਿੱਚ ਹੈ, ਜਲੰਧਰ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ, ਬਟਾਲਾ, ਤਰਨ ਤਾਰਨ, ਕੱਥੂ ਨੰਗਲ ਵਿੱਚ, ਛਿਆਟੇ ਵਿੱਚ, ਜੋ ਕਿ ਅਸੀਂ ਪਰਮੇਸ਼ਵਰ ਦੀ ਸੇਵਕਾਈ ਕਰ ਰਹੇ ਹਾਂ। ਆਨਲਾਈਨ ਔਰ ਆਫਲਾਈਨ ਦੋਨੋਂ ਕਲਾਸਿਸ ਅਸੀਂ ਪਰਮੇਸ਼ਵਰ ਦੀ ਆਰਾਧਨਾ ਲਈ ਕਰ ਰਹੇ ਹਾਂ ਕਿ ਬੱਚੇ ਪਰਮੇਸ਼ਵਰ ਦੀ ਆਰਾਧਨਾ ਲਈ ਤਿਆਰ ਹੋਣ। ਔਰ ਖੁਦਾ ਦਾ ਸ਼ੁਕਰ ਕਰਦੇ ਹਾਂ ਕਿ ਪਰਮੇਸ਼ਵਰ ਨੇ ਸਾਨੂੰ ਆਪਣੀ ਆਰਾਧਨਾ ਲਈ ਚੁਣਿਆ ਤਾਂ ਕਿ ਅਸੀਂ ਪਰਮੇਸ਼ਵਰ ਦੇ ਕੰਮਾਂ ਨੂੰ ਕਰ ਸਕੀਏ। ਸੋ ਬ੍ਰਦਰ ਜੀ, ਅਸੀਂ ਸਭ ਤੋਂ ਪਹਿਲੇ ਇਹ ਜਾਣਨਾ ਚਾਹਾਂਗੇ ਕਿ ਕਿਸ ਤਰ੍ਹਾਂ ਤੁਸੀਂ ਮਤਲਬ ਇਹ ਚੀਜ਼ ਨੂੰ ਕਿੱਦਾਂ ਤੁਹਾਡੇ ਦਿਲ ਦੇ ਵਿੱਚ ਆਇਆ ਕਿ ਮੈਂ ਪਰਮੇਸ਼ਰ ਵਾਸਤੇ ਗਾਵਾਂ, ਜਾਂ ਕਿਸ ਤਰ੍ਹਾਂ ਤੁਹਾਨੂੰ ਪਰਮੇਸ਼ਰ ਨੇ ਇਹ ਚੀਜ਼ ਵਾਸਤੇ ਉਭਾਰਿਆ। ਜੀ ਬ੍ਰਦਰ ਜੀ, ਅਸੀਂ ਬਹੁਤ ਛੋਟੇ ਜਿਹੇ ਹੁੰਦੇ ਸੀ ਜਦੋਂ ਪਾਸਟਰ ਜੀ ਦੇ ਨਾਲ ਅਸੀਂ ਮਿਲ ਕੇ ਸੇਵਕਾਈ ਕਰਦੇ ਸੀ। ਔਰ ਪਾਸਟਰ ਜੀ ਜਦੋਂ ਵਿਜ਼ਿਟ 'ਤੇ ਜਾਂਦੇ ਸੀ, ਘਰਾਂ 'ਚ ਮੀਟਿੰਗਸ 'ਤੇ ਜਾਂਦੇ ਸੀ ਔਰ ਅਸੀਂ ਨਾਲ ਜਾਂਦੇ ਸੀ ਪਾਸਟਰ ਜੀ ਦੇ। ਔਰ ਮੈਂ ਸਭ ਤੋਂ ਪਹਿਲਾਂ ਢੋਲਕ ਪਲੇ ਕਰਦਾ ਸੀ ਪਾਸਟਰ ਜੀ ਦੇ ਨਾਲ, ਉਹਨਾਂ ਦੇ ਨਾਲ ਜਾਣਾ, ਢੋਲਕ ਪਲੇ ਕਰਨਾ। ਉਸ ਤੋਂ ਬਾਅਦ ਪਰਮੇਸ਼ਵਰ ਨੇ ਨਾਲ ਦੀ ਨਾਲ ਸਾਨੂੰ ਹਾਰਮੋਨੀਅਮ ਦਾ ਵਰਦਾਨ ਦਿੱਤਾ ਕਿ ਹਾਰਮੋਨੀਅਮ ਵਜਾਉਣਾ ਹੈ। ਤੋ ਉਸ ਤੋਂ ਬਾਅਦ ਪਰਮੇਸ਼ਵਰ ਨੇ ਫਿਰ ਗਾਣ ਦਾ ਸ਼ੌਂਕ ਦਿੱਤਾ। ਜਦੋਂ ਸ਼ੌਂਕ ਜਾਗਿਆ, ਉਸ ਤੋਂ ਬਾਅਦ ਪ੍ਰਾਰਥਨਾ ਕੀਤੀ ਕਿ ਪਰਮੇਸ਼ਵਰ ਜਿੱਦਾਂ ਤੂੰ ਸਾਡੇ ਉਸਤਾਦ ਜੀ ਨੂੰ ਇਸਤੇਮਾਲ ਕਰਦਾ ਹੈ, ਉਸੇ ਤਰ੍ਹਾਂ ਸਾਨੂੰ ਵੀ ਇਸਤੇਮਾਲ ਕਰੋ। ਤਾਂ ਖੁਦਾ ਨੇ ਇਹ ਵਰਦਾਨ ਆਪਣੇ ਦਾਸ ਦੀਆਂ ਪ੍ਰਾਰਥਨਾ ਦੁਆਰਾ ਸਾਨੂੰ ਦਿੱਤਾ। ਔਰ ਉਸ ਸਮੇਂ ਤੋਂ ਅਸੀਂ ਆਰਾਧਨਾ ਕਰਨਾ ਸ਼ੁਰੂ ਕੀਤਾ ਔਰ ਖੁਦਾ ਨੇ ਸਾਡੇ ਗਲੇ ਨੂੰ ਛੂਹਿਆ। ਸਾਡੀ ਆਵਾਜ਼ ਵੀ ਅੱਛੀ ਤੇ ਨਹੀਂ ਸੀ, ਸਾਡਾ ਗਾਉਣਾ ਇੰਨਾ ਅੱਛਾ ਤੇ ਨਹੀਂ ਸੀ, ਪਰ ਖੁਦਾਵੰਦ ਦੀ ਕਿਰਪਾ ਦੇ ਨਾਲ ਅੱਜ ਅਸੀਂ ਇਸ ਜਗ੍ਹਾ 'ਤੇ ਮੌਜੂਦ ਹਾਂ। ਖੁਦਾਵੰਦ ਨੇ ਆਪਣੇ ਵਰਦਾਨ ਨੂੰ ਸਾਡੇ ਵਿੱਚ ਭਰਿਆ। ਸੋ ਬ੍ਰਦਰ ਜੀ, ਜਿਸ ਤਰ੍ਹਾਂ ਕੁਝ ਲੋਕ ਹੁੰਦੇ ਜਿਨ੍ਹਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਹੁੰਦਾ ਆ, ਸਿੰਗਿੰਗ ਦਾ ਸ਼ੌਂਕ ਹੁੰਦਾ ਹੈ, ਕਿਉਂਕਿ ਹਰ ਇੱਕ ਨੂੰ ਅਲੱਗ-ਅਲੱਗ ਸ਼ੌਂਕ ਹੁੰਦੇ ਆ। ਕਿ ਤੁਹਾਨੂੰ ਵੀ ਬਚਪਨ ਤੋਂ ਸ਼ੌਂਕ ਸੀ ਗਾਉਣ? ਜੀ, ਅਸੀਂ ਛੋਟੇ ਹੁੰਦੇ ਤੋਂ ਆਪਣੇ ਉਸਤਾਦ ਜੀ ਨੂੰ ਸੁਣਦੇ ਰਹੇ, ਪਾਸਟਰ ਕਸ਼ਮੀਰ ਅਲੀ ਸ਼ੇਖ ਜੀ ਨੂੰ। ਔਰ ਉਸ ਤੋਂ ਬਾਅਦ ਅਸੀਂ ਅਰਨੈਸਟ ਮਲ ਜੀ ਨੂੰ ਬਹੁਤ ਸੁਣਿਆ, ਸੁਭਾਸ਼ ਗਿੱਲ ਜੀ ਨੂੰ। ਅਸੀਂ ਉਹਨਾਂ ਦੇ ਜਦੋਂ ਸੌਂਗ ਸੁਣਦੇ ਸੀ, ਸਾਨੂੰ ਪਵਿੱਤਰ ਆਤਮਾ ਦੀ ਹਜ਼ੂਰੀ ਮਹਿਸੂਸ ਹੁੰਦੀ ਸੀ ਔਰ ਸਾਡਾ ਦਿਲ ਇੱਦਾਂ ਕਰਦਾ ਸੀ ਕਿ ਅਸੀਂ ਇਹਨਾਂ ਦੇ ਵਾਂਗੂ ਪ੍ਰਭੂ ਦੀ ਵਰਸ਼ਿਪ ਕਰੀਏ। ਜਦੋਂ ਅਸੀਂ ਛੋਟੇ ਹੁੰਦੇ ਉਹਨਾਂ ਨੂੰ ਸੁਣਦੇ ਸੀ, ਉਹਨਾਂ ਨੂੰ ਫੋਲੋ ਕਰਦੇ ਸੀ, ਕਾਪੀ ਕਰਦੇ ਸੀ ਔਰ ਸਾਡੇ ਅੰਦਰ ਇਹ ਸ਼ੌਂਕ ਜਾਗਿਆ ਕਿ ਜਿੱਦਾਂ ਇਹ ਪ੍ਰਭੂ ਦੀ ਆਰਾਧਨਾ ਕਰ ਰਹੇ, ਅਸੀਂ ਵੀ ਉਸੇ ਤਰ੍ਹਾਂ ਪ੍ਰਭੂ ਦੀ ਆਰਾਧਨਾ ਕਰੀਏ। ਸੋ ਬ੍ਰਦਰ ਜੀ, ਜਿੱਦਾਂ ਤੁਸੀਂ ਜਿਹੜੇ ਚਰਚ ਵਿੱਚ ਤੁਸੀਂ ਸਭ ਤੋਂ ਪਹਿਲਾਂ ਗਾਉਂਦੇ ਸੀ, ਉੱਥੋਂ ਦਾ ਤੁਹਾਡਾ ਕਿੱਦਾਂ ਮਤਲਬ ਐਕਸਪੀਰੀਅੰਸ ਕੀ ਸੀ? ਉਹ ਜ਼ਿੰਦਗੀ ਦਾ ਐਕਸਪੀਰੀਅੰਸ ਉੱਥੇ ਬਹੁਤ ਜ਼ਬਰਦਸਤ ਐਕਸਪੀਰੀਅੰਸ ਸੀ, ਕਿਉਂਕਿ ਸਾਡੀ ਉਹ ਸ਼ੁਰੂਆਤੀ ਦਿਨ ਸੀ, ਹੈ ਨਾ। ਸਾਡੀ ਸ਼ੁਰੂਆਤ ਉੱਥੋਂ ਹੁੰਦੀ ਹੈ ਜਦੋਂ ਅਸੀਂ ਉਸ ਜਗ੍ਹਾ 'ਤੇ ਗਾਉਂਦੇ ਸੀ, ਜਦੋਂ ਪ੍ਰਭੂ ਦੇ ਲੋਕਾਂ ਨੇ ਸਾਨੂੰ ਐਪਰੀਸ਼ੀਏਟ ਕੀਤਾ ਕਿ ਤੁਸੀਂ ਬਹੁਤ ਅੱਛੀ ਪ੍ਰਭੂ ਦੀ ਆਰਾਧਨਾ ਕਰ ਰਹੇ ਹੋ, ਪ੍ਰਭੂ ਤੁਹਾਨੂੰ ਬਹੁਤ ਉੱਚਾ ਲੈ ਕੇ ਜਾਵੇਗਾ। ਸਾਡੇ ਗੁਰੂਆਂ ਨੇ ਸਾਨੂੰ ਇਹ ਸਰਾਹਨਾ ਦਿੱਤੀ ਕਿ ਪਰਮੇਸ਼ਰ ਤੁਹਾਨੂੰ ਬਲੈਸ ਕਰਨਗੇ। ਜਦੋਂ ਅਸੀਂ ਆਪਣੇ ਚਰਚ ਵਿੱਚ ਗਾਉਂਦੇ ਸੀ, ਬਹੁਤ ਅੱਛਾ ਫੀਲ ਹੁੰਦਾ ਸੀ ਆਪਣੇ ਲੋਕਾਂ ਦੇ ਵਿੱਚ ਜਦੋਂ ਖੁਦਾ ਦੀ ਆਰਾਧਨਾ ਕਰਦੇ ਸੀ, ਕਿਉਂਕਿ ਉਹ ਵੀ ਸਾਰੇ ਆਰਾਧਨਾ ਕਰਨ ਵਾਲੇ ਸੀ, ਆਰਾਧਨਾ ਨੂੰ ਸਮਝਣ ਵਾਲੇ ਸੀ। ਔਰ ਜਦੋਂ ਆਰਾਧਨਾ ਨੂੰ ਸਮਝਣ ਵਾਲੇ ਸੀ, ਜਦੋਂ ਉਹ ਸਾਡੇ ਵਿੱਚ ਵੇਖਦੇ ਸੀ ਪਰਮੇਸ਼ਰ ਦੀ ਕਿਰਪਾ ਨੂੰ ਕਿ ਖੁਦਾ ਨੇ ਇਹਨਾਂ 'ਤੇ ਵੀ ਆਪਣੀ ਕਿਰਪਾ ਕੀਤੀ ਹੈ, ਤੇ ਬੜਾ ਅੱਛਾ ਲੱਗਦਾ ਸੀ ਆਪਣੇ ਲੋਕਾਂ ਦੇ ਵਿੱਚ ਰਹਿ ਕੇ ਖੁਦਾ ਦੀ ਉਪਾਸਨਾ ਕਰਨ ਦਾ। ਸੋ ਬ੍ਰਦਰ ਜੀ, ਜਿਸ ਤਰ੍ਹਾਂ ਜਦੋਂ ਤੁਹਾਡਾ ਪਹਿਲਾ ਗਾਣਾ ਰਿਕਾਰਡ ਹੋਇਆ ਜੀ, ਉਹ ਮੂਮੈਂਟ, ਉਹ ਪਲ ਤੁਹਾਡੇ ਵਾਸਤੇ ਕਿੱਦਾਂ ਦਾ ਪਲ ਸੀ? ਉਹ ਅਗਰ ਬਿਆਨ ਕਰੀਏ ਤਾਂ ਉਹ ਬਿਆਨ ਤੋਂ ਬਾਹਰ ਹੈ, ਕਿਉਂਕਿ ਜਿਸ ਚੀਜ਼ ਦੇ ਅਸੀਂ ਉਤਾਵਲੇ ਹੁੰਦੇ ਹਾਂ, ਜਿਸ ਚੀਜ਼ 'ਤੇ ਅਸੀਂ ਸ਼ੌਂਕ ਰੱਖਦੇ ਹਾਂ, ਜਿਸ ਚੀਜ਼ ਦਾ ਸਾਡਾ ਦਰਸ਼ਨ ਪਰਮੇਸ਼ਰ ਨੇ ਸਾਨੂੰ ਦਿੱਤਾ ਹੁੰਦਾ ਹੈ, ਉਹ ਦਰਸ਼ਨ ਜਦੋਂ ਪੂਰਾ ਹੋਣਾ ਸ਼ੁਰੂ ਹੁੰਦਾ ਹੈ ਤਾਂ ਉਹਦੀ ਖੁਸ਼ੀ ਉਹ ਵੱਖਰੀ ਹੁੰਦੀ ਹੈ ਨਾ। ਜਦੋਂ ਦਾਊਦ ਨਬੀ ਸੀ, ਦਾਊਦ ਨਬੀ ਨੂੰ ਪਰਮੇਸ਼ਰ ਨੇ ਵਿਖਾਇਆ ਕਿ ਉਹ ਕਿੱਦਾਂ ਪਰਮੇਸ਼ਰ ਦੇ ਨਾਲ ਚੱਲਦਾ। ਜਦੋਂ ਉਹਦੇ ਨਾਲ ਉਹਦਾ ਹੋਣਾ ਸ਼ੁਰੂ ਹੋਇਆ
ਤੇ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਯੂਸੁਫ ਨੂੰ ਪਰਮੇਸ਼ਵਰ ਨੇ ਵਿਖਾਇਆ ਕਿ ਤੂੰ ਇੱਕ ਦਿਨ ਰਾਜਾ ਬਣ ਜਾਏਗਾ, ਤੇ ਜਦੋਂ ਉਹ ਉਹਦੇ ਜੀਵਨ 'ਚ ਪੂਰਾ ਹੋਇਆ ਹੋਵੇਗਾ ਤੇ ਉਹਨੂੰ ਕਿੰਨੀ ਖੁਸ਼ੀ ਹੋਵੇਗੀ। ਉਸੇ ਤਰ੍ਹਾਂ ਜਦੋਂ ਫਸਟ ਜ਼ਬੂਰ ਸਾਡਾ ਰਿਕਾਰਡ ਹੋਇਆ, ਜਦੋਂ ਤੈਨੂੰ ਪੁਕਾਰਾਂ ਮੈਂ ਤੂੰ ਸੁਣ ਸੱਚਾਈ ਦੇ ਰੱਬਾ, ਜਦੋਂ ਇਹ ਰਿਕਾਰਡ ਹੋਇਆ ਤੇ ਮੈਨੂੰ ਬਹੁਤ ਖੁਸ਼ੀ ਸੀ। ਮੈਂ ਆਪਣੇ ਦੋਸਤਾਂ ਨੂੰ ਸੁਣਾ ਰਿਹਾ ਸੀ, ਆ ਦੇਖੋ ਮੇਰਾ ਪ੍ਰਭੂ ਦੇ ਵਿੱਚ ਸੌਂਗ ਆਇਆ, ਮੇਰਾ ਆ ਗੀਤ ਆਇਆ, ਤੇ ਉਹਨਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ, ਬਹੁਤ ਅੱਛਾ ਹੈ। ਔਰ ਉਸ ਤੋਂ ਬਾਅਦ ਜਿਵੇਂ ਹੌਲੀ ਹੌਲੀ ਵੱਧਦੇ ਗਏ ਤਾਂ ਅੱਜ ਖੁਦਾਵੰਦ ਦੀ ਕਿਰਪਾ ਦੇ ਨਾਲ ਖੁਦਾ ਨੇ ਬਹੁਤ ਬਲੈਸ ਕੀਤਾ ਹੈ। ਹਾਲੇਲੂਇਆ। ਸੋ ਬ੍ਰਦਰ ਜੀ, ਅਸੀਂ ਇਹ ਜਾਣਨਾ ਚਾਹਾਂਗੇ, ਮਤਲਬ ਕੁਝ ਲੋਕ ਜਿਨ੍ਹਾਂ ਦੇ ਦਿਲ ਦੇ ਵਿੱਚ ਇਹ ਸਵਾਲ ਹੁੰਦਾ ਆ ਜੀ, ਜਿਸ ਤਰ੍ਹਾਂ ਅਸੀਂ ਸੁਣਿਆ ਹੈ ਕਿ ਰੂਹ ਔਰ ਸੱਚਾਈ ਨਾਲ ਆਰਾਧਨਾ ਕਰਨਾ, ਮਤਲਬ ਕੁਝ ਲੋਕ ਇਹ ਚੀਜ਼ ਨੂੰ ਜਾਣਨਾ ਚਾਹੁੰਦੇ ਆ ਕਿ ਰੂਹ ਔਰ ਸੱਚਾਈ ਨਾਲ ਆਰਾਧਨਾ ਕਿੱਦਾਂ ਕਰ ਸਕਦੇ ਆ, ਆਪਾਂ ਕਿਸ ਤਰ੍ਹਾਂ ਇਹ ਚੀਜ਼ ਨੂੰ ਕਰ ਸਕਦੇ ਹਾਂ। ਉਸ ਆਇਤਾ ਦੇ ਵਿੱਚ ਲਿਖਿਆ ਹੈ ਕਿ ਪਰਮੇਸ਼ਵਰ ਆਤਮਾ ਹੈ ਔਰ ਉਹ ਚਾਹੁੰਦਾ ਹੈ ਕਿ ਉਹਦੇ ਆਰਾਧਕ ਆਤਮਾ ਤੇ ਸੱਚਾਈ ਦੇ ਨਾਲ ਉਹਦੀ ਇਬਾਦਤ ਕਰਨ। ਪੌਲਸ ਇਸ ਇੱਕ ਜਗ੍ਹਾ ਤੇ ਪਰਮੇਸ਼ਵਰ ਦਾ ਦਾਸ ਕਹਿੰਦਾ ਹੈ ਕਿ ਅਸੀਂ ਪਰਮੇਸ਼ਵਰ ਦੇ ਆਤਮਾ ਦੇ ਨਾਲ ਭਜਨ ਕਰਦੇ ਹਾਂ। ਇਟ ਮੀਨਸ ਜਦੋਂ ਪਰਮੇਸ਼ਵਰ ਦਾ ਆਤਮਾ ਸਾਡੀ ਮਦਦ ਕਰਦਾ ਹੈ, ਉਹਦਾ ਰੂਹ ਸਾਡੀ ਮਦਦ ਕਰਦਾ ਹੈ। ਪਹਿਲਾ ਰੂਹ ਹੈ, ਫਿਰ ਸੱਚਾਈ ਹੈ। ਪਹਿਲਾਂ ਉਹਦਾ ਰੂਹ ਜਦੋਂ ਸਾਡੀ ਅਗਵਾਈ ਕਰਦਾ ਹੈ ਕਿ ਤੁਸੀਂ ਐਦਾਂ ਪ੍ਰਭੂ ਦੀ ਵਰਸ਼ਿਪ ਕਰਨੀ ਹੈ, ਆਹ ਸੌਂਗ ਪ੍ਰਭੂ ਦੇ ਲਈ ਬੋਲਣਾ ਹੈ, ਕਿਉਂਕਿ ਸਾਨੂੰ ਐਗਜ਼ੈਕਟ ਅਸੀਂ ਤਿਆਰ ਕਰਕੇ ਤਾਂ ਨਹੀਂ ਜਾਂਦੇ, ਜਾਂ ਆਪਣੀ ਤਿਆਰੀ ਕਈ ਵਾਰੀ ਪਰਮੇਸ਼ਵਰ ਦਾ ਆਤਮਾ ਐਗਜ਼ੈਕਟ ਜਦੋਂ ਅਸੀਂ ਸਟੇਜ ਤੇ ਜਾਂਦੇ ਆ, ਸਾਨੂੰ ਐਗਜ਼ੈਕਟ ਕਹਿੰਦਾ ਕਿ ਨਹੀਂ ਆਹ ਨਹੀਂ ਸੌਂਗ, ਆਹ ਬੋਲੋ, ਠੀਕ ਹੈ, ਜੋ ਸਾਡੇ ਮਨ 'ਚ ਪਾਉਂਦਾ ਹੈ। ਜਦੋਂ ਅਸੀਂ ਰੂਹ ਦੇ ਦੁਆਰਾ ਚੱਲਦੇ ਹਾਂ, ਜਦੋਂ ਰੂਹ ਦੇ ਨਾਲ ਜੋ ਅਸੀਂ ਸਮਾਂ ਬਿਤਾਇਆ ਹੁੰਦਾ ਪਵਿੱਤਰ ਆਤਮਾ ਦੇ ਨਾਲ ਇਕੱਲੇ ਬੈਠ ਕੇ ਸਮਾਂ ਬਿਤਾਇਆ ਹੁੰਦਾ ਹੈ, ਅਸੀਂ 3 ਘੰਟੇ ਅਗਰ ਬਿਤਾਉਂਦੇ ਹਾਂ ਤੇ 30 ਮਿੰਟ ਦੀ ਜਿਹੜੀ ਸਾਡੀ ਆਰਾਧਨਾ ਹੈ ਉਹ ਫਲਵੰਤ ਹੁੰਦੀ ਹੈ। ਅਗਰ ਪਰਮੇਸ਼ਵਰ ਦੇ ਰੂਹ ਦੇ ਨਾਲ ਅਸੀਂ ਸਮਾਂ ਹੀ ਨਹੀਂ ਬਿਤਾਇਆ ਹੋਵੇਗਾ, ਅਸੀਂ ਸਟੇਜ ਤੇ ਜਾਵਾਂਗੇ, ਕੁਝ ਨਹੀਂ ਹੋਵੇਗਾ, ਕਿਉਂਕਿ ਉਹ ਰੂਹ ਨਾਲ ਨਹੀਂ ਹੈ। ਪਹਿਲਾ ਰੂਹ ਔਰ ਦੂਸਰੇ ਨੰਬਰ ਤੇ ਸੱਚਾਈ ਪਰਮੇਸ਼ਵਰ ਦਾ ਵਚਨ ਹੈ। ਪਰਮੇਸ਼ਵਰ ਦਾ ਵਚਨ ਕਹਿੰਦਾ ਮੈਂ ਬੁੱਧੀ ਨਾਲ ਵੀ ਗਾਵਾਂਗਾ ਔਰ ਮੈਂ ਆਤਮਾ ਨਾਲ ਵੀ ਗਾਵਾਂਗਾ। ਸਮਝ ਦੇ ਨਾਲ ਗਾਣਾ ਵੀ ਸਾਡੇ ਲਈ ਜ਼ਰੂਰੀ ਹੈ ਔਰ ਆਤਮਾ ਦੇ ਵਿੱਚ ਹੋ ਕੇ ਵੀ ਗਾਣਾ ਜ਼ਰੂਰੀ ਹੈ। ਤੋ ਰੂਹ, ਪਰਮੇਸ਼ਵਰ ਦਾ ਰੂਹ ਜਦੋਂ ਸਾਡੇ ਅੰਦਰ ਆਉਂਦਾ ਹੈ, ਸੱਚਾਈ ਪਰਮੇਸ਼ਵਰ ਦਾ ਵਚਨ ਹੈ। ਪ੍ਰਭੂ ਨੇ ਕਿਹਾ ਪ੍ਰਭੂ ਤੇਰਾ ਵਚਨ ਸੱਚਾਈ ਹੈ ਔਰ ਇਸ ਸੱਚਾਈ ਨੇ ਇਹਨਾਂ ਨੂੰ ਪਾਕ ਕਰ। ਸਾਡੇ ਅੰਦਰ ਪਰਮੇਸ਼ਵਰ ਦਾ ਵਚਨ ਹੋ ਗਿਆ। ਪ੍ਰਭੂ ਨੇ ਕਿਹਾ ਜੇ ਤੁਸੀਂ ਮੇਰੇ ਵਿੱਚ ਰਹੋ, ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ। ਇਟ ਮੀਨਸ ਪਰਮੇਸ਼ਵਰ ਦਾ ਵਚਨ ਸੱਚਾਈ ਹੈ। ਅਗਰ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਲੈ ਕੇ ਆਰਾਧਨਾ ਕਰ ਰਹੇ ਪਰਮੇਸ਼ਵਰ ਦੀ, ਤੇ ਖੁਦਾਵੰਦ ਅਜੀਬ ਔਰ ਅਚੰਭੇ ਕੰਮ ਕਰਦਾ ਹੈ। ਅਸੀਂ ਵੇਖਿਆ ਪਰਮੇਸ਼ਵਰ ਦੇ ਕੰਮਾਂ ਨੂੰ ਹੁੰਦੇ ਹੋਏ ਜਦੋਂ ਰੂਹ ਔਰ ਸੱਚਾਈ ਦੇ ਨਾਲ ਪਰਮੇਸ਼ਵਰ ਦੀ ਆਰਾਧਨਾ ਹੁੰਦੀ ਹੈ, ਜਿਸ ਸਮੇਂ ਤੇ ਜਿਸ ਜਗ੍ਹਾ ਤੇ ਪਰਮੇਸ਼ਵਰ ਦਾ ਰੂਹ ਕੰਮ ਕਰਦਾ ਹੈ ਔਰ ਸੱਚਾਈ ਪਰਮੇਸ਼ਵਰ ਦਾ ਵਚਨ ਇੱਕ ਹੋ ਜਾਂਦੇ ਨੇ, ਉਸ ਸਮੇਂ ਤੇ ਕੰਮ ਹੁੰਦਾ ਹੈ। ਕਿਉਂਕਿ ਅਗਰ ਉਤਪਤੀ ਦੀ ਕਿਤਾਬ ਵਿੱਚ ਵੇਖੀਏ, ਉੱਥੇ ਲਿਖਿਆ ਪਾਣੀਆਂ ਦੇ ਉੱਤੇ ਪਰਮੇਸ਼ਵਰ ਦਾ ਆਤਮਾ ਮੰਡਲਾਉਂਦਾ ਸੀ, ਪਰ ਹਜੇ ਵਚਨ ਬੋਲਿਆ ਨਹੀਂ ਗਿਆ ਸੀ। ਜਦੋਂ ਪਰਮੇਸ਼ਵਰ ਨੇ ਵਚਨ ਬੋਲਿਆ, ਆਤਮਾ ਮੰਡਲਾ ਰਿਹਾ, ਪਰਮੇਸ਼ਵਰ ਨੇ ਵਚਨ ਬੋਲਿਆ ਚਾਨਣ ਹੋਏ, ਤੇ ਚਾਨਣ ਹੋ ਗਿਆ। ਉਹ ਰੂਹ ਔਰ ਸੱਚਾਈ ਦੇ ਨਾਲ ਆਰਾਧਨਾ ਹੋ ਜਾਂਦੀ ਹੈ ਜਦੋਂ ਅਸੀਂ ਪਰਮੇਸ਼ਵਰ ਦੇ ਰੂਹ ਦੇ ਦੁਆਰਾ ਔਰ ਪਰਮੇਸ਼ਵਰ ਦੇ ਵਚਨ ਵਿੱਚ ਰਹਿ ਕੇ ਇਬਾਦਤ ਕਰਦੇ ਹਾਂ। ਹਾਂ, ਜਦੋਂ ਸਾਡੇ ਜੀਵਨ 'ਚ ਪਾਪ ਹੋਵੇਗਾ ਜਾਂ ਜਦੋਂ ਅਸੀਂ ਗੁਨਾਹ ਕਰਕੇ ਆਵਾਂਗੇ, ਫਿਰ ਪਰਮੇਸ਼ਵਰ ਦਾ ਰੂਹ ਸਾਡੇ ਵਿੱਚ ਕੰਮ ਨਹੀਂ ਕਰੇਗਾ। ਉਹ ਰੂਹ ਨਾਲ ਆਰਾਧਨਾ ਨਹੀਂ ਹੋ ਸਕਦੀ, ਕਿਉਂਕਿ ਪਰਮੇਸ਼ਵਰ ਦਾ ਰੂਹ ਉੱਥੇ ਹੈ ਜਿੱਥੇ ਪਵਿੱਤਰਤਾ ਹੈ, ਜਿੱਥੇ ਉਹਦੇ ਹੁਕਮਾਂ ਨੂੰ ਮੰਨਿਆ ਜਾਂਦਾ ਹੈ, ਜਿੱਥੇ ਉਹਦੇ ਨਾਲ ਚੱਲਿਆ ਜਾਂਦਾ ਹੈ, ਜਿੱਥੇ ਉਹਦੇ ਨਾਲ ਸਮਾਂ ਬਿਤਾਇਆ ਜਾਂਦਾ ਹੈ। ਫਿਰ ਪਰਮੇਸ਼ਵਰ ਦਾ ਰੂਹ ਆਉਂਦਾ ਹੈ, ਫਿਰ ਸੱਚਾਈ ਪਰਮੇਸ਼ਵਰ ਦਾ ਵਚਨ ਹੈ, ਔਰ ਰੂਹ ਔਰ ਸੱਚਾਈ ਨਾਲ ਫਿਰ ਜਿੱਥੇ ਆਰਾਧਨਾ ਹੁੰਦੀ ਹੈ ਉੱਥੇ ਗੜ ਟੁੱਟ ਜਾਂਦੇ ਹੈ, ਬੰਧਨ ਟੁੱਟ ਜਾਂਦੇ ਨੇ, ਸ਼ੈਤਾਨ ਦੀਆਂ ਨੀਹਾਂ ਹਿੱਲ ਜਾਂਦੀਆਂ ਨੇ। ਖੁਦਾ ਦਾ ਸ਼ੁਕਰ ਕਰਦੇ ਹਾਂ ਖੁਦ। ਸੋ ਬ੍ਰਦਰ ਜੀ, ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਜਦੋਂ ਮਤਲਬ ਇੱਕ ਬੰਦਾ ਪਰਮੇਸ਼ਰ ਦੇ ਵਿੱਚ ਆਉਂਦਾ ਆ ਜਾਂ ਜਦੋਂ ਸੇਵਕਾਈ ਸ਼ੁਰੂ ਕਰਦਾ ਆ, ਉਸ ਸੇਵਕਾਈ ਦੇ ਦੌਰਾਨ ਉਹਦੇ ਜੀਵਨ ਦੇ ਵਿੱਚ ਕਈ ਤਰ੍ਹਾਂ ਦੀ ਮੁਸ਼ਕਿਲਾਂ ਆਉਂਦੀਆਂ ਆ, ਦੁੱਖ ਤਕਲੀਫ ਆਉਂਦੇ ਆ। ਕਦੀ ਤੁਹਾਡੇ ਜੀਵਨ ਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਤੁਹਾਨੂੰ ਕਿਸੇ ਚੀਜ਼ ਦਾ ਦੁੱਖ ਦਾ ਸਾਹਮਣਾ ਕਰਨਾ ਪਿਆ ਹੋਵੇ? ਦੇਖੋ, ਪੌਲਸ ਰਸੂਲ ਦੇ ਜਦੋਂ ਅਸੀਂ ਪੱਤਰੀਆਂ ਨੂੰ ਪੜ੍ਹਦੇ ਹਾਂ, ਉਹਦੇ ਵਿੱਚ ਆਪਣੇ ਕਸ਼ਟਾਂ ਨੂੰ ਬਿਆਨ ਕਰਦਾ ਹੈ ਕਿ ਸਾਡੇ ਤੇ ਕਿੰਨੇ ਜ਼ਿਆਦਾ ਦੁੱਖ ਆਏ, ਕਿੰਨੀਆਂ ਮੁਸੀਬਤਾਂ ਸਾਡੇ ਤੇ ਆਈਆਂ। ਹਰ ਇੱਕ ਵਿਸ਼ਵਾਸੀ ਦੇ ਜੀਵਨ ਵਿੱਚ, ਹਰ ਇੱਕ ਪ੍ਰਭੂ ਦੇ ਆਰਾਧਕ ਦੇ ਜੀਵਨ ਵਿੱਚ, ਨਬੀ ਦੇ ਜੀਵਨ 'ਚ, ਰਸੂਲ ਦੇ ਜੀਵਨ 'ਚ, ਹਰ ਇੱਕ ਦੇ ਜੀਵਨ 'ਚ ਪ੍ਰੋਬਲਮਸ ਆਉਂਦੀਆਂ ਨੇ। ਠੀਕ ਹੈ, ਇੱਕ ਪ੍ਰਭੂ ਦੇ ਦਾਸ ਨੇ ਗਾਇਆ, ਤੂਫਾਨੋਂ ਕੀ ਹਸਤੀ ਹੈ ਕਿਆ ਜਬ ਜ਼ਿੰਦਾ ਚਟਾਨ ਪੇ ਹੋਵਾਂਗੇ। ਠੀਕ ਹੈ, ਤਾਂ ਤੂਫਾਨ ਤੇ ਉੱਠਦੇ ਨੇ, ਪਰ ਤੂਫਾਨਾਂ ਨੂੰ ਥਮਾਉਣ ਵਾਲਾ ਸਾਡੇ ਨਾਲ ਹੈ। ਮੁਸੀਬਤਾਂ ਆਉਂਦੀਆਂ ਨੇ। ਜਦੋਂ ਮੈਂ ਸੇਵਕਾਈ ਸ਼ੁਰੂ ਕੀਤੀ ਸੀ ਤੇ ਮੈਨੂੰ ਯਾਦ ਅੱਜ ਵੀ 2018 ਦੇ ਵਿੱਚ ਜਦੋਂ ਇੱਕ ਪਾਸਟਰ ਦਾ ਕਾਲ ਆਇਆ ਕਿ ਦਿੱਲੀ 'ਚ ਅਸੀਂ ਤੁਹਾਨੂੰ ਵਰਸ਼ਿਪ ਲਈ ਬੁਲਾਉਣਾ ਚਾਹੁੰਦੇ ਹਾਂ, ਤੇ ਜਦੋਂ ਵਰਸ਼ਿਪ ਲਈ ਜਾਣਾ ਸੀ ਤੇ ਕਹਿੰਦੇ ਕਿ ਤੁਸੀਂ ਆਪਣੀ ਟਿਕਟ ਕਰਵਾ ਕੇ ਆ ਜਾਓ, ਇੱਥੋਂ ਅਸੀਂ ਤੁਹਾਨੂੰ ਜੋ ਸਾਡੇ ਦਿਲ 'ਚ ਪ੍ਰਭੂ ਪਾਏਗਾ ਅਸੀਂ ਤੁਹਾਨੂੰ ਆਫਰਿੰਗ ਦੇਵਾਂਗੇ। ਤਾਂ ਉਹਨਾਂ ਨੇ ਕਹਿ ਦਿੱਤਾ, ਪਰ ਉਸ ਸਮੇਂ ਮੇਰੇ ਕੋਲ ਕੋਈ ਪੈਸਾ ਨਹੀਂ ਸੀ। ਮੇਰੇ ਕੋਲ ਮੇਰੀ ਟਿਕਟ ਕਰਵਾਉਣ ਦਾ ਵੀ ਕੋਈ ਪੈਸਾ ਨਹੀਂ ਸੀ ਦਿੱਲੀ ਦੀ ਟ੍ਰੇਨ ਦੀ।
तो वो मेरे उस्ताद पास्टर कश्मीर लेशा जी ने फिर मेरी मदद की थी। मैं पास्टर जी ने कहा पास्टर जी इदा मेरे को नहीं है, तो फिर पास्टर जी ने मेरी टिकट करवाई कि स्टार्टिंग ਵਿੱਚ ਐਡਾ ਦੀਆਂ ਪ੍ਰੋਬਲਮਸ ਆਉਂਦੀਆਂ। ਇੱਕ ਹੋਰ ਇੰਟਰਵਿਊ ਹੋਇਆ ਸੀ ਜਿਸ ਵਿੱਚ ਮੈਂ ਦੱਸਿਆ ਸੀ ਕਿ ਜਦੋਂ ਮੈਂ ਸਟਾਰਟਿੰਗ ਕੀਤਾ ਸੀ ਤੇ ਬੰਦਗੀ ਵਿੱਚ ਪਾਉਣ ਵਾਸਤੇ ਮੇਰੇ ਕੋਲ ਸਿਰਫ ਇੱਕ ਪੈਂਟ ਔਰ ਇੱਕ ਸ਼ਰਟ ਸੀ ਜਿਹੜੀ ਮੈਂ ਮੀਟਿੰਗਸ ਦੇ ਵਿੱਚ ਪਾ ਕੇ ਜਾਂਦਾ ਸੀ। ਮੀਟਿੰਗ ਲਈ ਰੱਖ ਉਹ ਤਾਂ ਸਿੰਪਲ ਜਿਹੇ ਕੁਝ ਕੱਪੜੇ ਸੀ, ਪਰ ਅੱਜ ਪਰਮੇਸ਼ਵਰ ਦੀ ਐਸੀ ਕਿਰਪਾ ਹੈ ਕਿ ਮੈਨੂੰ ਪਤਾ ਹੀ ਨਹੀਂ ਕਿੰਨੇ ਖੁਦਾ ਨੇ ਦਿੱਤੇ ਹੋਏ ਨੇ। ਮੁਸੀਬਤ ਆਉਂਦੀਆਂ ਨੇ, ਪਰੇਸ਼ਾਨੀਆਂ ਆਉਂਦੀਆਂ ਨੇ, ਕਈ ਵਾਰੀ ਸਾਨੂੰ ਰੋਜ਼ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ, ਕਈ ਵਾਰੀ ਸਾਨੂੰ ਰੋਜ਼ ਵਿਰੋਧਤਾ ਦਾ ਸਾਹਮਣਾ ਕਰਨਾ ਪੈਂਦਾ, ਪਰ ਜਦੋਂ ਅਸੀਂ ਉਹਦੇ 'ਚ ਬਣੇ ਰਹਿੰਦੇ ਹਾਂ ਉਹ ਸਾਡੇ ਲਈ ਇੱਕ ਆਸ਼ੀਸ਼ ਦਾ ਕਾਰਨ ਹੋ ਜਾਂਦੇ ਆ। ਪਰਮੇਸ਼ਵਰ ਦਾ ਕਲਾਮ ਦੱਸਦਾ ਹੈ ਕਿ ਇਜ਼ਰਾਈਲੀ ਲੋਕਾਂ ਦੇ ਲਈ ਪਰਮੇਸ਼ਵਰ ਨੇ ਸ਼ਰਾਪ ਨੂੰ ਆਸ਼ੀਸ਼ ਵਿੱਚ ਬਦਲ ਦਿੱਤਾ। ਉਹ ਅੱਜ ਵੀ ਸਾਡੇ ਸ਼ਰਾਪਾਂ ਨੂੰ ਆਸ਼ੀਸ਼ ਵਿੱਚ ਬਦਲਣ ਦੀ ਤਾਕਤ ਰੱਖਦਾ ਹੈ। ਇੱਕ ਪਾਸਟਰ ਅਮਾਨਤ ਜੀ ਨੇ ਬੜਾ ਅੱਛਾ ਗੀਤ ਲਿਖਿਆ ਹੈ, ਜਦੋਂ ਮੁਸ਼ਕਲਾਂ ਤੇ ਮੁਸ਼ਕਲਾਂ ਹੋਣ ਖੜੀਆਂ ਇਹਦਾ ਮਤਲਬ ਕਿ ਚੰਗੇ ਵੇਲੇ ਆਉਣ ਵਾਲੇ ਨੇ। ਤੋ ਇੱਕ ਮੁਸ਼ਕਿਲ ਆਉਣਾ ਵੀ ਇਹ ਸਾਡੇ ਲਈ ਚੰਗੀ ਗੱਲ ਹੈ। ਦਾਊਦ ਕਹਿੰਦਾ ਪ੍ਰਭੂ ਮੇਰੇ ਲਈ ਭਲਾ ਹੋਇਆ ਕਿ ਮੈਂ ਦੁਖੀ ਹੋਇਆ ਤਾਂ ਕਿ ਮੈਂ ਤੇਰੇ ਹੁਕਮਾਂ ਨੂੰ ਸਿੱਖ ਸਕਾਂ। ਇਹ ਸਾਡੇ ਲਈ ਅੱਛੀ ਗੱਲ ਹੈ ਔਰ ਇਹਨਾਂ ਦਾ ਜਦੋਂ ਅਸੀਂ ਸਾਹਮਣਾ ਕੀਤਾ ਤੇ ਸਾਨੂੰ ਫੀਲ ਹੋਇਆ ਕਿ ਪਰਮੇਸ਼ਵਰ ਸਾਡੇ ਨਾਲ ਹੈ। ਉਹਨਾਂ ਮੁਸੀਬਤਾਂ ਵਿੱਚ ਸਾਨੂੰ ਨਾ ਛੱਡਣ ਵਾਲਾ ਪਰਮੇਸ਼ਵਰ ਸਾਡੇ ਨਾਲ ਹੈ, ਹਮੇਸ਼ਾ ਉਹ ਸਾਡੇ ਨਾਲ ਰਹਿੰਦਾ ਹੈ। ਸੋ ਬ੍ਰਦਰ ਜੀ, ਜਿਸ ਤਰ੍ਹਾਂ ਜੋ ਅੱਜ ਕਈ ਕੁਝ ਲੜਕੇ ਆ ਜਿਹੜੇ ਨਵੇਂ ਮਸੀਹ ਦੇ ਵਿੱਚ ਆਉਂਦੇ ਆ ਜਾਂ ਉਹ ਜਦੋਂ ਨਵੇਂ ਜਿੱਦਾਂ ਵਰਸ਼ਿਪਰਾਂ ਨੂੰ ਸੁਣਦੇ ਆ, ਉਹਨਾਂ ਦੇ ਦਿਲ ਦੇ ਵਿੱਚ ਆਉਂਦਾ ਹੈ ਕਿ ਨਹੀਂ ਮੈਂ ਵੀ ਬ੍ਰਦਰ ਮਤੀ ਤੇਜੀ ਵਰਗਾ ਬਣਾ, ਮੈਂ ਸਿਸਟਰ ਰੋਮਿਕਾ ਮਸੀਹ ਵਰਗੀ ਬਣਾ। ਮਤਲਬ ਜਿਹੜੇ ਇੱਦਾਂ ਸੋਚਦੇ ਆ ਕਿ ਮੈਂ ਇਹਨਾਂ ਵਾਂਗੂ ਬਣਨਾ ਚਾਹੁੰਦਾ ਆ, ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਸਾਰੇ ਭੈਣ ਭਰਾਵਾਂ ਨੂੰ ਇਹੀ ਹੈ ਕਿ ਜਿੱਦਾਂ ਤੁਸੀਂ ਕਿਹਾ ਕਿ ਤੁਹਾਡੇ ਜੀਵਨ 'ਚ ਕੋਈ ਮੁਸੀਬਤ ਜਾਂ ਪਰੇਸ਼ਾਨੀ, ਦੇਖੀਏ ਗਲੋਰੀ ਤੋਂ ਪਹਿਲਾਂ ਸਟੋਰੀ ਹੁੰਦੀ ਹੈ। ਸਟੋਰੀ ਹੋਣਾ ਬਹੁਤ ਜ਼ਰੂਰੀ ਹੈ। ਦੇਖੋ ਜਦੋਂ ਇੱਕ ਬਰਤਨ ਤਿਆਰ ਹੁੰਦਾ ਹੈ ਤੇ ਬਰਤਨ ਨੂੰ ਬਹੁਤ ਸਾਰੇ ਹੱਥਾਂ ਵਿੱਚ ਲੰਘਣਾ ਪੈਂਦਾ। ਜਦੋਂ ਕੁਮਹਾਰ ਦੇ ਹੱਥਾਂ 'ਚ ਲੰਘਦਾ ਉਹਨੂੰ ਪੀਸਿਆ ਵੀ ਜਾਂਦਾ ਹੈ, ਉਹਨੂੰ ਸ਼ੇਪ ਵਿੱਚ ਲਿਆਉਣ ਲਈ ਸਾਰਾ ਕੁਝ ਕੀਤਾ ਜਾਂਦਾ, ਸਿੱਚੇ 'ਚ ਡਾਲਿਆ ਜਾਂਦਾ ਹੈ, ਹਰ ਇੱਕ ਕੰਮ ਹੁੰਦਾ ਹੈ। ਦੇਖੋ ਚਾਹੇ ਤੁਸੀਂ ਜਿਸ ਵੀ ਵਰਸ਼ਿਪਰਸ ਨੂੰ ਕਹਿ ਦੋਗੇ, ਉਹਨਾਂ ਦਾ ਨਾਮ ਲੈ ਦੋਗੇ, ਉਹਨਾਂ ਦੀ ਗਲੋਰੀ ਦੇ ਪਿੱਛੇ ਉਹਨਾਂ ਦੀ ਸਟੋਰੀ ਹੋਏਗੀ। ਅਰਨਸਟ ਮਲ ਜੀ ਦਾ ਲੈ ਲਓ, ਹੋਰ ਪ੍ਰਭੂ ਦੇ ਅੱਛੇ ਆਰਾਧਕਾਂ ਦਾ ਅਗਰ ਤੁਸੀਂ ਨਾਮ ਲਓਗੇ, ਉਹਨਾਂ ਦੇ ਪਿੱਛੇ ਉਹਨਾਂ ਦੀ ਮਿਹਨਤ ਹੈ। ਅਗਰ ਪਰਮੇਸ਼ਵਰ ਕਿਸੇ ਚੀਜ਼ ਕਰਕੇ ਉਹਨਾਂ ਨੂੰ ਅੱਗੇ ਲੈ ਕੇ ਆਇਆ ਤੇ ਪਰਮੇਸ਼ਵਰ ਨੇ ਸੱਚਮੁੱਚ ਉਹਨਾਂ 'ਚ ਕੁਝ ਵੇਖਿਆ ਹੋਵੇਗਾ, ਹੈ ਨਾ, ਉਹਨਾਂ 'ਚ ਕੁਆਲਿਟੀ ਕੀਤੀ। ਅਕਸਰ ਹੀ ਆਪਾਂ ਵੇਖਦੇ ਹਾਂ ਅਗਰ ਕਿਸੇ ਨੇ ਫੌਜ ਵਿੱਚ ਜਾਂ ਪੁਲਿਸ 'ਚ ਭਰਤੀ ਹੋਣਾ ਹੁੰਦਾ, ਉਦੋਂ ਪਹਿਲਾਂ ਉਹਦੀ ਤਿਆਰੀ ਹੁੰਦੀ ਹੈ, ਉਹਦੀ ਮਿਹਨਤ ਵੇਖੀ ਜਾਂਦੀ ਹੈ। ਉਹ ਸਵੇਰੇ 4 ਵਜੇ ਉੱਠਦਾ ਹੈ, ਆਪਣੀ ਦੌੜ ਨੂੰ ਪੂਰਾ ਕਰਦਾ ਹੈ, ਆਪਣਾ ਸਟੈਮਿਨਾ ਬਣਾਉਂਦਾ ਹੈ, ਆਪਣੀਆਂ ਸਾਰੀਆਂ ਚੀਜ਼ਾਂ ਕਵਰ ਕਰਦਾ ਔਰ ਨਾਲ ਆਪਣੇ ਪੇਪਰ ਵੀ ਕਲੀਅਰ ਕਰਦਾ। ਠੀਕ ਹੈ, ਮੈਂ ਪੇਪਰ ਦੇਣਾ, ਮੈਂ ਮੈਡੀਕਲ ਵਿੱਚੋਂ ਨਿਕਲਣਾ, ਆ ਸਾਰੀਆਂ ਚੀਜ਼ਾਂ ਉਹ ਕਰਦਾ ਹੈ। ਇਸੇ ਤਰ੍ਹਾਂ ਇੱਕ ਆਰਾਧਕ ਨੂੰ, ਇੱਕ ਪਾਸਬਾਨ ਨੂੰ, ਇੱਕ ਵਰਸ਼ੀਪਰ ਜਾਂ ਨਬੀ ਨੂੰ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੇਵਕਾਈ ਹੈ, ਉਹਨੂੰ ਬਾਹਰ ਆਉਣ ਤੋਂ ਪਹਿਲਾਂ ਆਪਣੇ ਆਪ ਨੂੰ ਤਿਆਰ ਕਰਨ ਦੀ ਬਹੁਤ ਜ਼ਰੂਰਤ ਹੈ। ਠੀਕ ਹੈ, ਤਾਂ ਪਰਮੇਸ਼ਵਰ ਦਾ ਕਲਾਮ ਵੀ ਕਹਿੰਦਾ ਹੈ ਕਿ ਉਹ ਕੋਈ ਨਵਾਂ ਚੇਲਾ ਨਾ ਹੋਵੇ, ਠੀਕ ਹੈ, ਜਿਹੜਾ ਫੁੱਲ ਕੇ ਸ਼ੈਤਾਨ ਦੀ ਫਾਹੀ ਵਿੱਚ ਫਸ ਜਾਵੇ, ਹੈ ਨਾ। ਤਾਂ ਇਸ ਲਈ ਪਹਿਲਾਂ ਆਪਣੇ ਆਪ ਨੂੰ ਪ੍ਰਪੇਅਰ ਕਰਨਾ ਬਹੁਤ ਜ਼ਰੂਰੀ ਹੈ, ਆਪਣੇ ਆਪ ਨੂੰ ਤਿਆਰ ਕਰਨਾ ਬਹੁਤ ਜ਼ਰੂਰੀ ਹੈ। ਹਾਂ, ਤੇ ਸਬਰ ਕਰਨਾ ਵੀ ਬਹੁਤ ਜ਼ਰੂਰੀ ਹੈ। ਮੈਂ ਉਸ ਸਮੇਂ ਸੋਚਦਾ ਸੀ ਕਿ ਇਹਨਾਂ ਪ੍ਰਭੂ ਦੇ ਦਾਸਾਂ ਦੇ ਨਾਮ ਨੇ, ਇਹਨਾਂ ਦਾਸਾਂ ਨੂੰ ਪ੍ਰਭੂ ਬਤਾ ਰਿਹਾ, ਪ੍ਰਭੂ ਮੈਂ ਪ੍ਰਾਰਥਨਾ ਕਰ ਰਿਹਾ, ਪ੍ਰਭੂ ਅਸੀਂ ਰੋਜ਼ੇ ਰੱਖ ਰਹੇ ਹਾਂ, ਪ੍ਰਭੂ ਅਸੀਂ ਤੇਰੇ ਨਾਲ ਚੱਲ ਰਹੇ ਹਾਂ, ਫਿਰ ਵੀ ਅਸੀਂ ਪਿੱਛੇ ਕਿਉਂ? ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਅਗਰ ਤੁਸੀਂ ਪਰਮੇਸ਼ਵਰ ਦੇ ਨਾਲ ਚੱਲ ਰਹੇ ਹੋ, ਅਗਰ ਤੁਸੀਂ ਪਰਮੇਸ਼ਵਰ ਦੀ ਬਾਹ ਨੂੰ ਫੜਿਆ ਹੈ ਔਰ ਉਹਨੇ ਤੁਹਾਡੀ ਬਾਹ ਨੂੰ ਫੜਿਆ ਹੈ, ਤੇ ਇੱਕ ਗੱਲ ਯਾਦ ਰੱਖੋ, ਅੱਜ ਨਹੀਂ ਤੇ ਕੱਲ ਉਹ ਜ਼ਰੂਰ ਤੁਹਾਡੀ ਦੁਆ ਨੂੰ ਸੁਣੇਗਾ, ਉਹ ਜ਼ਰੂਰ ਤੁਹਾਨੂੰ ਅੱਗੇ ਲੈ ਕੇ ਆਏਗਾ। ਆਪਣੀ ਪਵਿੱਤਰਤਾਈ ਤੋਂ ਪਿੱਛੇ ਨਾ ਹਟਿਓ, ਆਪਣੀ ਦੁਆ ਨੂੰ ਘਟਾਇਓ ਨਾ, ਆਪਣੇ ਵਚਨ ਨੂੰ ਘਟਾਇਓ ਨਾ, ਉਹਦੇ ਨਾਲ ਸਮਾਂ ਬਿਤਾਉਣਾ ਘਟਾਇਓ ਨਾ, ਕਿਉਂਕਿ ਇੱਕ ਦਿਨ ਜਦੋਂ ਆਉਣ ਵਾਲਾ ਹੈ, ਜਦੋਂ ਉਹ ਰਿਜ਼ਲਟ ਆਵੇਗਾ ਤਾਂ ਲਾਜਵਾਬ ਹੋਵੇਗਾ, ਸਾਡੀਆਂ ਸੋਚਾਂ ਤੋਂ ਵੱਧ ਕੇ ਹੋਵੇਗਾ। ਕਿਉਂਕਿ ਮੈਂ ਵੇਖਿਆ, ਇਸ ਚੀਜ਼ ਨੂੰ ਐਕਸਪੀਰੀਅੰਸ ਕੀਤਾ ਹੈ ਕਿ ਹੁਣ ਜਦੋਂ ਪਰਮੇਸ਼ਵਰ ਨੇ ਫਲ ਦਿੱਤਾ ਹੈ, ਮੇਰੀਆਂ ਸੋਚਾਂ ਤੋਂ ਵੱਧ ਕੇ, ਮੇਰੇ ਖਿਆਲਾਂ ਤੋਂ ਵੱਧ ਕੇ, ਮੈਂ ਇਹਨਾਂ ਸੋਚ ਵੀ ਨਹੀਂ ਸਕਦਾ ਜਿੰਨਾ ਪਰਮੇਸ਼ਵਰ ਨੇ ਮੇਰੇ ਨਾਲ ਭਲਾਈ ਕੀਤੀ ਹੈ। ਸੋ ਬ੍ਰਦਰ ਜੀ, ਇੱਕ ਅਸੀਂ ਕੁਐਸਚਨ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਆ ਜੀ, ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਜਦੋਂ ਲੋਕ ਸੱਚ ਨੂੰ ਜਾਣਨਗੇ ਤਾਂ ਸੱਚ ਉਹਨਾਂ ਨੂੰ ਆਜ਼ਾਦ ਕਰੇਗਾ। ਤੇ ਜਿਸ ਤਰ੍ਹਾਂ ਲੋਕਾਂ ਨੂੰ ਸੱਚ ਵੱਲੋਂ ਪਤਾ ਲੱਗ ਰਿਹਾ ਹੈ, ਲੋਕ ਮਸੀਹ ਦੇ ਵਿੱਚ ਆ ਰਹੇ, ਬਹੁਤ ਤੇਜ਼ੀ ਨਾਲ ਮਸੀਹ ਫੈਲ ਰਹੀ ਆ, ਉਹਦੇ ਨਾਲ ਦੇ ਨਾਲ ਕੁਝ ਲੋਕ ਇਹ ਕਹਿੰਦੇ ਆ ਕਿ ਪੈਸੇ ਦੇ ਕੇ ਧਰਮ ਪਰਿਵਰਤਨ ਕਰਦੇ ਆ। ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਕਦੀ ਇੱਦਾਂ ਦਾ ਕੋਈ ਸੀਨ ਦੇਖਿਆ ਹੋਏ ਕਿ ਜਦੋਂ ਕਿਸੇ ਨੇ ਕਿਸੇ ਦਾ ਪੈਸੇ ਦੇ ਕੇ ਧਰਮ ਪਰਿਵਰਤਨ ਕਰਵਾਇਆ ਹੋਵੇ? ਚਾਹੇ ਮੈਂ ਬੌਰਨ ਕ੍ਰਿਸਚਨ ਹਾਂ, ਪਰ ਅੱਜ ਤੱਕ ਜਦੋਂ ਵੀ ਅਸੀਂ ਲੋਕਾਂ ਨੂੰ ਮਸੀਹ ਦੇ ਕੋਲ ਆਉਂਦੇ ਵੇਖਿਆ ਹੈ, ਐਸੀ ਕੁਝ ਵੀ ਗੱਲ ਨਹੀਂ ਸੀ। ਉਹ ਪਰਮੇਸ਼ਵਰ ਦੇ ਪ੍ਰੇਮ ਨੂੰ ਵੇਖ ਕੇ ਖਿੱਚੇ ਗਏ ਨੇ।
ਉਹਨਾਂ ਨੇ ਵੇਖਿਆ ਕਿ ਪਰਮੇਸ਼ਵਰ ਦਾ ਪ੍ਰੇਮ ਸਭ ਤੋਂ ਅਨੋਖਾ ਹੈ, ਉਹਦਾ ਪਿਆਰ ਸਭ ਤੋਂ ਅਨਮੋਲ ਹੈ। ਉਹ ਸਾਡੇ ਤੋਂ ਕੁਝ ਲੈਂਦਾ ਨਹੀਂ ਬਲਕਿ ਸਾਨੂੰ ਸਭ ਕੁਝ ਦੇ ਦਿੰਦਾ ਹੈ। ਵਚਨ 'ਚ ਲਿਖਿਆ ਜਿਸ ਨੇ ਆਪਣੀ ਜਾਨ ਦਾ ਸਰਫਾ ਨਾ ਕੀਤਾ, ਠੀਕ ਹੈ, ਤਾਂ ਉਹਨੇ ਜਦੋਂ ਸਾਡੇ ਲਈ ਆਪਣੀ ਜਾਨ ਦਾ ਸਰਫਾ ਨਹੀਂ ਕੀਤਾ, ਬਾਕੀ ਵਸਤਾਂ ਦਾ ਕਿਵੇਂ ਸਰਫਾ ਕਰੇਗਾ। ਸਗੋਂ ਉਹ ਸਾਨੂੰ ਦਿੰਦਾ, ਸਾਡੀ ਕੀ ਔਕਾਤ ਅਸੀਂ ਪਰਮੇਸ਼ਵਰ ਨੂੰ ਦੇ ਸਕੀਏ, ਹੈ ਨਾ। ਤਾਂ ਲਾਲਚ ਨਾਲ ਨਹੀਂ, ਲੋਕਾਂ ਦੀ ਆਪਣੀਆਂ ਬਿਮਾਰੀਆਂ ਹੁੰਦੀਆਂ ਜਿਨ੍ਹਾਂ ਤੋਂ ਆ ਕੇ ਛੁਟਕਾਰਾ ਪਾਉਂਦੇ ਨੇ। ਲੋਕ ਆਪ ਬੰਧਨਾਂ 'ਚ ਹੁੰਦੇ ਨੇ, ਪੀੜੀਆਂ ਦੇ ਸ਼ਰਾਪਾਂ ਵਿੱਚ ਹੁੰਦੇ ਨੇ, ਜਦੋਂ ਉਹ ਯਿਸੂ ਮਸੀਹ ਦੇ ਕੋਲ ਆਉਂਦੇ ਨੇ ਉਹ ਛੁਟਕਾਰਾ ਪਾਉਂਦੇ ਨੇ। ਤੇ ਜਿਹਨੂੰ ਜਿਸ ਤਨ ਲਾਗੇ ਉਹ ਹੀ ਜਾਣਦਾ। ਜਦੋਂ ਉਹਦੇ ਤੇ ਬਿਮਾਰੀ ਹੁੰਦੀ ਸੀ ਉਦੋਂ ਉਹਨੂੰ ਕੋਈ ਪੁੱਛਦਾ ਨਹੀਂ ਸੀ, ਜਦੋਂ ਉਹ ਆਜ਼ਾਦ ਹੋ ਗਿਆ, ਹੁਣ ਮਸੀਹ ਦੇ ਨਾਲ ਚੱਲਣ ਲੱਗ ਪਿਆ, ਜਦੋਂ ਉਹਨੂੰ ਛੁਟਕਾਰਾ ਮਿਲ ਗਿਆ, ਉਹ ਠੀਕ ਹੋ ਗਿਆ ਹੈ, ਤੇ ਹੁਣ ਉਹਨੂੰ ਕਹਿੰਦੇ ਕਿ ਇਹਦਾ ਧਰਮ ਪਰਿਵਰਤਨ ਹੋਇਆ ਹੈ ਜਾਂ ਪੈਸੇ ਦੇ ਕੇ ਕੀਤਾ ਹੈ। ਪਰ ਉਹ ਆਪਣੀ ਜ਼ਰੂਰਤ ਨੂੰ ਆਇਆ। ਡਾਕਟਰ, ਜਦੋਂ ਡਾਕਟਰ ਕੋਲ ਜਾਂਦੇ ਅਸੀਂ ਆਪਣੀ ਜ਼ਰੂਰਤ ਨੂੰ ਜਾਂਦੇ ਹਾਂ ਕਿ ਅਸੀਂ ਬਿਮਾਰ ਹਾਂ। ਫਿਰ ਜਦੋਂ ਅਸੀਂ ਚੰਗੇ ਹੁੰਦੇ ਹਾਂ ਅਸੀਂ ਉਹਨਾਂ ਦੀ ਸਿਫਤਾਂ ਕਰਦੇ ਵੀ ਆਹ ਡਾਕਟਰ ਕੋਲ ਗਏ ਸੀ ਅਸੀਂ, ਠੀਕ ਹੈ। ਜਦੋਂ ਮੈਂ ਸ਼ਿਫਾ ਪਾਈ ਹੈ, ਮੈਨੂੰ ਕੁਝ ਬਿਮਾਰੀਆਂ ਤੋਂ ਖੁਦਾ ਨੇ ਰਿਹਾਈ ਦਿੱਤੀ ਹੈ, ਤਾਂ ਮੇਰੇ ਜੀਵਨ 'ਚ ਵੱਡੇ ਵੱਡੇ ਕੰਮ ਕੀਤੇ ਨੇ। ਤਾਂ ਮੈਂ ਕਿਵੇਂ ਕਹਦਾ ਕਿ ਕਿਸੇ ਨੇ ਮੈਨੂੰ ਪੈਸੇ ਦਿੱਤੇ ਸੀ ਇਸ ਕਰਕੇ ਮੈਂ ਯਿਸੂ ਮਸੀਹ ਨੂੰ ਅਪਣਾਇਆ? ਨਹੀਂ, ਮੈਂ ਖੁਦ ਕਹਿੰਦਾ ਮੈਂ ਯਿਸੂ ਮਸੀਹ ਨੂੰ ਪਿਆਰ ਕਰਦਾ ਹਾਂ, ਕਿਉਂਕਿ ਉਹਨੇ ਮੇਰੇ ਜੀਵਨ 'ਚ ਵੱਡੇ ਵੱਡੇ ਕੰਮ ਕੀਤੇ ਨੇ, ਔਰ ਉਹਨੂੰ ਅਸੀਂ ਕਦੀ ਛੱਡ ਨਹੀਂ ਸਕਦੇ, ਕਿਉਂਕਿ ਉਹ ਸਾਨੂੰ ਕਦੀ ਨਹੀਂ ਛੱਡਦਾ। ਉਹ ਜੀਵਨ ਦਾ ਸੋਤਾ ਹੈ, ਉਹ ਜੀਵਨ ਦਾ ਚਸ਼ਮਾ ਹੈ। ਤਾਂ ਅਸੀਂ ਇਹਨਾਂ ਚੀਜ਼ਾਂ ਤੋਂ ਨਹੀਂ ਡਰਦੇ। ਉਸਨੇ ਕਿਹਾ ਉਹਨਾਂ ਤੋਂ ਨਾ ਡਰੋ ਜਿਹੜੇ ਸਰੀਰ ਦਾ ਨਾਸ਼ ਕਰ ਸਕਦੇ, ਪਰ ਉਸ ਤੋਂ ਡਰੋ ਜਿਹੜਾ ਸਰੀਰ ਤੇ ਆਤਮਾ ਦੋਵਾਂ ਨੂੰ ਨਰਕ ਵਿੱਚ ਭੇਜਣ ਦੀ ਤਾਕਤ ਰੱਖਦਾ। ਸੋ ਬ੍ਰਦਰ ਜੀ, ਜਿਸ ਤਰ੍ਹਾਂ ਅਸੀਂ ਤੁਹਾਡਾ ਪਿੱਛੇ ਜੇ ਇੱਕ ਗਾਣਾ ਸੁਣਿਆ ਸੀ, ਨਾ ਕਰ ਪਰਵਾਹ ਕਿਸੇ ਗੱਲ ਦੀ, ਸਿਸਟਰ ਰੋਮਿਕਾ ਮਸੀਨਾ, ਉਹ ਗਾਣਾ ਸੁਣ ਕੇ ਮਤਲਬ ਸਾਨੂੰ ਬਹੁਤ ਜ਼ਿਆਦਾ, ਆਪਾਂ ਉਹ ਗਾਣਾ ਸੁਣ ਕੇ ਸਾਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਆਪਾਂ ਉਸ ਚੀਜ਼ ਤੋਂ। ਤੇ ਹੁਣ ਮੇਰੀ ਰਿਕੁਐਸਟ ਹੈ ਕਿ ਜੇ ਤੁਸੀਂ ਉਹ ਗਾਣੇ ਦੀਆਂ 2 ਲਾਈਨਾਂ ਸੁਣਾ ਦਿਓ। ਜੀ ਜ਼ਰੂਰ। ਇਹਦੇ ਵਿੱਚ ਇੱਕ ਬਹੁਤ ਵੱਡੀ ਟੈਸਟਮਨੀ ਹੈ। 2020 ਦੇ ਵਿੱਚ ਜਦੋਂ ਪਰਮੇਸ਼ਵਰ ਨੇ ਮੈਨੂੰ ਇਹ ਲੋਕਡਾਊਨ ਦੇ ਦਿਨਾਂ 'ਚ ਇਹ ਗੀਤ ਦਿੱਤਾ, ਜਦੋਂ ਰਾਤ ਨੂੰ ਅਸੀਂ ਪ੍ਰੇਅਰ ਵਿੱਚ ਬੈਠੇ ਹੋਏ ਸੀ, ਮੈਂ ਇਕੱਲਾ ਹੀ ਸੀ, ਉਸ ਸਮੇਂ ਪਰਮੇਸ਼ਵਰ ਨੇ ਮੈਨੂੰ ਇਸ ਗੀਤ ਨੂੰ ਦੇਣਾ ਜਦੋਂ ਸ਼ੁਰੂ ਕੀਤਾ, ਤੇ ਉਦੋਂ ਉਸ ਸਮੇਂ ਤੇ ਮੇਰੇ ਮਦਰ ਸੀ, ਉਹ ਡਿਪਰੈਸ਼ਨ ਵਿੱਚ ਸੀ। ਜਦੋਂ ਉਹ ਡਿਪਰੈਸ਼ਨ ਵਿੱਚ ਸੀ ਤੇ ਅਸੀਂ ਉਹਨਾਂ ਨੂੰ ਬਹੁਤ ਕਹਿੰਦੇ ਕਿ ਤੁਸੀਂ ਚਿੰਤਾ ਨਾ ਕਰਿਆ ਕਰੋ, ਪਰਮੇਸ਼ਵਰ ਸਾਡੇ ਨਾਲ ਹੈ, ਤੁਸੀਂ ਆਹ ਗੱਲ ਦੀ ਚਿੰਤਾ ਨਾ ਕਰੋ, ਤੁਸੀਂ ਘਰ ਦੀ ਚਿੰਤਾ ਨਾ ਕਰੋ, ਤੁਸੀਂ ਪਰਿਵਾਰ ਦੀ ਚਿੰਤਾ ਨਾ ਕਰੋ, ਇਹਨਾਂ ਕਿਸੇ ਵੀ ਚੀਜ਼ ਦੀ ਚਿੰਤਾ ਨਾ ਕਰੋ। ਜਦੋਂ ਅਸੀਂ ਉਹਨੂੰ ਬਾਰ-ਬਾਰ ਉਹਨਾਂ ਨੂੰ ਗਾਈਡ ਕਰ ਰਹੇ ਸੀ ਕਿ ਨਹੀਂ ਪਰਮੇਸ਼ਵਰ ਦੇ ਵਚਨ ਵੱਲ ਵੇਖੋ, ਤਾਂ ਉਹਨਾਂ ਨੂੰ ਡਿਪਰੈਸ਼ਨ ਦਾ ਬਾਰ-ਬਾਰ ਅਟੈਕ ਹੁੰਦੇ ਸੀ ਕਿ ਜ਼ਿਆਦਾ ਚਿੰਤਾ 'ਚ ਚਲੇ ਜਾਂਦੇ ਸੀ, ਉਹ ਰੋਂਦੇ ਸੀ। ਤਾਂ ਉਸ ਸਮੇਂ ਜਦੋਂ ਅਸੀਂ ਰਾਤ ਨੂੰ ਪ੍ਰੇਅਰ ਵਿੱਚ ਬੈਠੇ ਹੋਏ ਸੀ, ਉਸ ਸਮੇਂ ਪਰਮੇਸ਼ਵਰ ਨੇ ਇਹ ਗੀਤ ਸਾਨੂੰ ਦਿੱਤਾ, ਔਰ ਉਸ ਸਮੇਂ ਵੀ ਟੈਸਟਮਨੀ ਹੈ, ਔਰ ਅੱਜ ਵੀ ਅਸੀਂ ਬਹੁਤ ਸਾਰੀਆਂ ਟੈਸਟਮਨੀਜ਼ ਨੂੰ ਇਸ ਗੀਤ ਦੇ ਦੁਆਰਾ ਜੋ ਪਰਮੇਸ਼ਵਰ ਨੇ ਲੋਕਾਂ ਦੇ ਜੀਵਨ 'ਚ ਕੰਮ ਕੀਤਾ ਅਸੀਂ ਵੇਖਿਆ, ਅਸੀਂ ਖੁਦ ਫੀਲ ਕੀਤਾ ਹੈ ਕਿ ਸਾਨੂੰ ਕਿਸੇ ਵੀ ਗੱਲ ਦੀ ਪਰਵਾਹ ਕਰਨ ਦੀ ਜ਼ਰੂਰਤ ਨਹੀਂ ਹੈ। ਜ਼ਿੰਦਾ ਖੁਦਾਵੰਦ ਯਿਸੂ ਮਸੀਹ ਸਾਡੇ ਹਮੇਸ਼ਾ ਨਾਲ, ਉਹ ਸਾਡੀ ਹਰ ਇੱਕ ਜ਼ਰੂਰਤ ਨੂੰ ਪੂਰਾ ਕਰਨ ਦੀ ਤਾਕਤ ਰੱਖਦਾ। ਉਹ ਕੋਈ ਕੰਮ ਨਹੀਂ ਜਿਹੜਾ ਪਰਮੇਸ਼ਵਰ ਤੋਂ ਨਹੀਂ ਹੋ ਸਕਦਾ, ਉਹ ਹਮੇਸ਼ਾ ਸਾਡੇ ਨਾਲ ਰਹਿੰਦਾ, ਉਹ ਤੁਹਾਡੇ ਵੀ ਨਾਲ ਹੈ। ਜਿੰਨੇ ਵੀ ਵੇਖ ਰਹੇ ਸੁਣ ਰਹੇ ਸਾਰਿਆਂ ਦੇ ਨਾਲ ਪਰਮੇਸ਼ਵਰ ਹੈ। ਤੁਸੀਂ ਕਿਸੇ ਵੀ ਗੱਲ ਦੀ ਚਿੰਤਾ ਨਾ ਕਰੋ, ਆਪਣੀਆਂ ਚਿੰਤਾਵਾਂ ਨੂੰ, ਆਪਣੇ ਬੋਝਾਂ ਨੂੰ ਪਰਮੇਸ਼ਵਰ ਦੇ ਸਾਹਮਣੇ ਲੈ ਕੇ ਆਓ। ਪਰਮੇਸ਼ਵਰ ਤੁਹਾਡੀ ਹਰ ਇੱਕ ਮੁਸ਼ਕਿਲ ਦਾ ਹੱਲ ਕਰੇਗਾ, ਉਹਦੇ ਹੱਥਾਂ 'ਚ ਤੁਹਾਡੀ ਹਰ ਇੱਕ ਮੁਸ਼ਕਿਲ ਦਾ ਹੱਲ ਹੈ। ਉਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ। ਆइए ਸਾਰੇ ਮਿਲ ਕੇ ਆਪਾਂ ਪ੍ਰਭੂ ਦੀ ਮਹਿਮਾ ਕਰਦੇ ਹਾਂ। ਨਾ ਕਰ ਪਰਵਾਹ ਕਿਸੇ ਗੱਲ ਦੀ, ਉਹ ਰੱਖਦਾ ਖਬਰ ਹਰ ਪਲ ਦੀ। ਨਾ ਕਰ ਪਰਵਾਹ ਕਿਸੇ ਗੱਲ ਦੀ, ਉਹ ਰੱਖਦਾ ਖਬਰ ਹਰ ਪਲ ਦੀ। ਮੇਰਾ ਖੁਦਾ ਹੈ, ਜ਼ਿੰਦਾ ਖੁਦਾ ਹੈ, मेरा खुदा है, जिंदा खुदा है। कर फिक्र आउण वाले कल दी, ना कर परवाह किसे गल दी। ओ रखदा खबर हर पल दी, ना कर परवाह किसे गल दी। ओ रखदा खबर हर पल दी। ओ मेरा खुदा खुदा है, मेरा खुदा है, जिंदा खुदा है। कर फिक्र आउण वाले कल दी, ना कर परवाह किसे गल दी। यीशु रखदा खबर ਹਾਲੇਲੂਇਆ ਹਾਲੇਲੂਇਆ। ਸੋ ਬ੍ਰਦਰ ਜੀ, ਬਹੁਤ ਬਹੁਤ ਤੁਹਾਡੇ ਨਾਲ ਬਹੁਤ ਵਧੀਆ ਲੱਗਿਆ ਮਿਲ ਕੇ। ਥੈਂਕ ਯੂ। ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਕੀਮਤੀ ਸਮੇਂ ਦਿੱਤਾ ਬ੍ਰਦਰ। ਥੈਂਕ ਯੂ। ਜੈ ਮਸੀਹ ਬ੍ਰਦਰ। ਜੈ ਮਸੀਹ। ਗॉड ਬlesਸ ਯੂ। ਸੋ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਕਿੱਦਾਂ ਪਰਮੇਸ਼ਰ ਨੇ
ਇਹਨਾਂ ਦੇ ਜੀਵਨ ਦੇ ਵਿੱਚ ਕੰਮ ਕੀਤਾ ਔਰ ਕਿੱਦਾਂ ਅੱਜ ਪਰਮੇਸ਼ਰ ਇਹਨਾਂ ਨੂੰ ਆਪਣੀ ਮਹਿਮਾ ਦੇ ਲਈ ਇਸਤੇਮਾਲ ਕਰ ਰਿਹਾ ਆ। ਇਹ ਜਗ੍ਹਾ ਜਗ੍ਹਾ ਜਾ ਕੇ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਆ, ਬੱਚਿਆਂ ਨੂੰ ਪਰਮੇਸ਼ਰ ਦੇ ਸੰਗੀਤ ਨੂੰ ਸਿਖਾ ਰਹੇ ਆ। ਮੇਰਾ ਵਿਸ਼ਵਾਸ ਆ ਇਸ ਗਵਾਹੀ ਦੇ ਦੁਆਰਾ, ਇਸ ਆਰਾਧਨਾ ਦੇ ਦੁਆਰਾ ਪਰਮੇਸ਼ਰ ਤੁਹਾਡੇ ਜੀਵਨ ਦੇ ਵਿੱਚ ਇੱਕ ਵੱਡਾ ਬਦਲਾਵ ਲੈ ਕੇ ਆਏਗਾ। ਸਾਰਿਆਂ ਨੂੰ ਜੈ ਮਸੀਹ ਦੀ। तो मेरे प्रिय भाई बहनों, अभी आपने एक बहुत बड़ी अद्भुत गवाही को सुना। तो मेरा विश्वास है इस अद्भुत गवाही के द्वारा परमेश्वर आपके जीवनों में 100 गुना फलों को लेकर आएगा। आप इस अद्भुत गवाही को अपने दोस्तों के साथ और फैमिली मेम्बर्स के साथ शेयर ज़रूर करें, ताकि वो भी जान सके कि परमेश्वर कैसे लोगों के जीवन में अद्भुत कार्य कर रहा है। आप हमारे चैनल को सब्सक्राइब कर लें, ताकि आने वाले दिनों में आप परमेश्वर के और गवाहों के साथ मिल सके। आपको नीचे एक ईमेल आईडी दिखाई दे रही होगी। अगर आप भी हमारे साथ अपनी टेस्टिमनी को शेयर करना चाहते हैं तो आप अपनी डिटेल्स इस ईमेल पर शेयर कर दें, हम आपको कांटेक्ट करेंगे। तो मिलते हैं परमेश्वर के और गवाहों के साथ। सभी को जय मसीह की। ਅਸੀਂ ਯਿਸੂ ਦੇ, ਅਸੀਂ ਹਾਂ ਗਵਾਹ ਯਿਸੂ ਦੇ।